Hello dear students, how are you all? Welcome back to the session of class 8th math subject. Today we are going to discuss about the practice sheet number 3, the solution from sum number 11th, and the sum number 11 which is flashing on your screen. It is if 5 pipes can fill a tank in 1 hour, then 4 such pipes will fill the tank in how many hours? ਬੱਚੋ ਇਹਦੇ ਵਿੱਚ ਤੁਹਾਨੂੰ ਕੀ ਦਿੱਤਾ ਹੋਇਆ ਹੈ, ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਟੇਬਲ ਡਰਾ ਕਰ ਲੈਣਾ ਹੁੰਦਾ ਹੈ। ਠੀਕ ਹੈ, ਜਦੋਂ ਇਹਨੂੰ ਸੋਲਵ ਕਰਨਾ ਹੈ ਇਸ ਟੇਬਲ ਦੇ ਵਿੱਚ ਤੁਸੀਂ ਕੀ ਲਿਖੋਗੇ, ਸਭ ਤੋਂ ਪਹਿਲਾਂ ਇੱਥੇ ਤੁਸੀਂ ਪਾਈਪਾਂ ਲਿਖ ਲਓ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਇੱਥੇ ਸਮਾਂ ਲਿਖ ਲਓ। ਠੀਕ ਹੈ, ਜਦੋਂ 5 ਪਾਈਪਾਂ ਲੱਗੀਆਂ ਨੇ ਉਦੋਂ 1 ਘੰਟੇ ਦੇ ਵਿੱਚ ਬੱਚੋ ਜਿਹੜਾ ਟੈਂਕ ਹੈਗਾ ਫਿਲ ਹੋ ਰਿਹਾ, ਮਤਲਬ 60 ਮਿੰਟਾਂ ਦੇ ਵਿੱਚ। ਅਤੇ ਤੁਹਾਨੂੰ ਕੀ ਪੁੱਛਿਆ ਹੈ ਕਿ 4 ਅਜਿਹੀਆਂ ਪਾਈਪਾਂ ਜੇਕਰ ਲਗਾਈਏ ਤਾਂ ਫਿਰ ਕਿੰਨਾ ਸਮਾਂ ਲੱਗੇਗਾ। ਬੱਚੋ ਪਹਿਲੀ ਗੱਲ ਹੈ, ਇਹ ਇੱਕ ਇਨਵਰਸ ਪ੍ਰਪੋਰਸ਼ਨ ਹੈ, ਮਤਲਬ ਇਹ ਇੱਕ ਉਲਟ ਅਨੁਪਾਤ ਹੈਗਾ ਹੈ। ਠੀਕ ਹੈ, ਤਾਂ ਉਲਟ ਅਨੁਪਾਤ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਫਾਰਮੂਲਾ ਅਪਲਾਈ ਕਰਦੇ ਹਾਂ। 5 ਨੂੰ ਅਸੀਂ 60 ਨਾਲ ਮਲਟੀਪਲਾਈ ਕਰ ਦਾਂਗੇ, ਇਕੁਅਲ ਟੂ 4 ਨੂੰ ਅਸੀਂ x ਨਾਲ ਮਲਟੀਪਲੀਕੇਸ਼ਨ ਕਰਕੇ ਇੱਥੋਂ x ਦੇ ਲਈ ਸੋਲਵ ਕਰਾਂਗੇ। ਤੋ ਬੱਚੋ ਅੰਡਰਸਟੂਡ ਹੈਗਾ, ਆਨਸਰ ਜਿਹੜਾ ਹੈ ਉਹ ਸਮਾਂ ਇੱਥੇ ਜ਼ਿਆਦਾ ਲੱਗੇਗਾ ਕਿਉਂਕਿ ਉਲਟ ਅਨੁਪਾਤ ਹੈ। ਪਹਿਲਾਂ 5 ਪਾਈਪਾਂ ਸੀ, 60 ਮਿੰਟ ਲੱਗ ਰਹੇ ਸੀਗੇ, ਅਤੇ ਫਿਰ ਉਹੀ 4 ਪਾਈਪਾਂ ਘਟਾ ਕੇ 4 ਪਾਈਪਾਂ ਲਗਾਤੀਆਂ, ਪਾਣੀ ਘੱਟ ਟੈਂਕ ਨੂੰ ਮਿਲੇਗਾ ਤਾਂ ਜ਼ਿਆਦਾ ਸਮਾਂ ਲੱਗੇਗਾ। ਠੀਕ ਹੈ, ਤੋ ਇੱਥੇ ਇਹ 15 ਚੌਕੇ 60, 15 5 75। ਠੀਕ ਹੈ, ਤਾਂ 75 ਮਿੰਟ ਬੱਚੇ ਨੇ ਇਹਦੇ ਵਿੱਚ ਲੱਗਣੇ ਹਨ। ਠੀਕ ਹੈ, ਤਾਂ ਆਨਸਰ ਇਹ ਆਪਸ਼ਨ ਆਏਗੀ। ਉਸ ਤੋਂ ਬਾਅਦ ਸੈਕਿੰਡ ਹੈਗਾ 12th ਕੁਐਸਚਨ ਹੈ ਕਿ 2 ਕਿਲੋਮੀਟਰ 7 ਮੀਟਰ ਦੇ ਬਰਾਬਰ ਹੈ। ਕਿਸ ਤਰ੍ਹਾਂ ਬਰਾਬਰ ਹੈ, ਦੇਖੋ ਬੱਚੇ 2 ਕਿਲੋਮੀਟਰ। ਠੀਕ ਹੈ, ਕਿਲੋ ਦਾ ਮਤਲਬ ਪਹਿਲੀ ਗੱਲ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ 1000 ਕਿਲੋ ਦੇ ਮਤਲਬ 1000 ਹੁੰਦਾ ਹੈ, ਤਾਂ ਇਹ ਬਣ ਗਿਆ ਬੱਚੇ 2000 ਮੀਟਰ। ਠੀਕ ਹੈ, 2000 ਮੀਟਰ ਹੈ, ਅਤੇ ਨਾਲ ਬੱਚੇ ਇਹ 'ਚ ਹੈਗਾ 7 ਮੀਟਰ। ਤਾਂ 7 ਮੀਟਰ ਜਦੋਂ ਤੁਸੀਂ ਇਹਨੂੰ ਐਡ ਕਰੋਗੇ ਤਾਂ ਇਹ ਤੁਹਾਨੂੰ ਮਿਲੇਗਾ 2007 ਮੀਟਰ। ਹੁਣ ਆਨਸਰ ਤੁਹਾਨੂੰ ਕਿਲੋਮੀਟਰ 'ਚ ਹੀ ਪੁੱਛਿਆ ਹੈ, ਇਹਦਾ ਮਤਲਬ ਅਸੀਂ ਇਹਨੂੰ ਦੁਬਾਰਾ 1000 ਨਾਲ ਡਿਵਾਈਡ ਕਰਾਂਗੇ। ਤਾਂ ਇੱਥੇ ਪੁਆਇੰਟ ਇਨਸਰਟ ਕਰਨਾ ਹੈ, ਇੱਕ ਤਰ੍ਹਾਂ ਦੇ ਦਸ਼ਮਲਵ ਦਾ ਕੁਐਸਚਨ ਵੀ ਤੁਹਾਡਾ ਇੱਥੇ ਹੋ ਰਿਹਾ ਹੈਗਾ। ਤੋ ਇੱਕ ਨੀਚੇ ਹਰ ਦੇ ਵਿੱਚ ਇੱਕ ਦੇ ਨਾਲ 3 ਜ਼ੀਰੋਸ ਹੈਗੀਆਂ ਨੇ, ਤਾਂ 3 ਡਿਜਿਟ ਛੱਡ ਕੇ ਤੁਸੀਂ ਪੁਆਇੰਟ ਲਗਾਓਗੇ। 0.007 ਜਿਹੜਾ ਹੈ ਇਹਦਾ ਰਾਈਟ ਆਨਸਰ ਹੈ 3rd। ਠੀਕ ਹੈ, ਉਸ ਤੋਂ ਬਾਅਦ 13th ਕੁਐਸਚਨ ਹੈ ਇਫ ਦੀ 2 ਐਡਜੈਸੈਂਟ ਐਂਗਲਸ ਆਫ ਏ ਪੈਰਲੋਗ੍ਰਾਮ ਆਰ ਇਨ ਰੇਸ਼ੋ। ਇਹਦੇ ਵਿੱਚ ਬੱਚੋ ਰੇਸ਼ੋ ਦਿੱਤੀ ਹੋਈ ਹੈ ਕਿ ਇੱਕ ਪੈਰਲੋਗ੍ਰਾਮ ਹੈ, ਪੈਰਲੋਗ੍ਰਾਮ ਦਾ ਮਤਲਬ ਹੁੰਦਾ ਹੈ ਸਮਾਂਤਰ ਚਤੁਰਭੁਜ। ਠੀਕ ਹੈ, ਤਾਂ ਸਮਾਂਤਰ ਚਤੁਰਭੁਜ ਦੇ ਵਿੱਚ ਇੱਥੇ ਐਡਜੈਸੈਂਟ ਐਂਗਲ ਬੱਚੇ ਪਹਿਲੀ ਗੱਲ ਤੁਹਾਨੂੰ ਪਤਾ ਹੋਣ, ਇਹਨੂੰ ਕਹਿੰਦੇ ਨੇ ਲਾਗਮੇ ਕੋਣ। ਇਹਨਾਂ ਦੀ ਰੇਸ਼ੋ ਬੱਚੇ ਦਿੱਤੀ ਹੋਈ ਹੈ 2:3। ਠੀਕ ਹੈ, ਤਾਂ ਇਹਦਾ ਮਤਲਬ 2x + 3x ਇਹਨਾਂ ਦਾ ਜੋੜ ਜਿਹੜਾ ਹੈ, ਸਾਨੂੰ ਪਤਾ ਹੈ ਕਿ ਲਾਗਮੇ ਕੋਣਾਂ ਦਾ ਜੋੜ 180 ਦੇ ਬਰਾਬਰ ਹੁੰਦਾ ਹੈ। ਤਾਂ 2x ਜਮਾ x ਬਰਾਬਰ ਆ ਗਿਆ 5x ਇਕੁਅਲ ਟੂ 180। x ਦੇ ਲਈ ਇਹਨੂੰ ਜਦੋਂ ਸੋਲਵ ਕਰੋਗੇ ਤਾਂ ਤੁਹਾਨੂੰ ਬੱਚੋ ਇੱਥੇ 180 ਨੂੰ 5 ਨਾਲ ਡਿਵਾਈਡ ਕਰੋਗੇ, ਇਹ ਤੁਹਾਨੂੰ ਪ੍ਰਾਪਤ ਹੋਏਗਾ 36। ਠੀਕ ਹੈ, ਤਾਂ x ਦੀ ਕੀਮਤ 36 ਆਈ ਹੈ, ਤਾਂ 36 ਨੂੰ ਹੁਣ ਅਸੀਂ 2 ਨਾਲ ਗੁਣਾ ਕੀਤੀ ਤਾਂ ਸਾਨੂੰ 72 ਪ੍ਰਾਪਤ ਹੋਇਆ। ਇਹਦੇ ਵਿੱਚ 3 ਨਾਲ ਇਹਦੀ ਗੁਣਾ ਕੀਤੀ ਤਾਂ ਸਾਨੂੰ 108 ਪ੍ਰਾਪਤ ਹੋਇਆ। ਤਾਂ ਆਨਸਰ ਏ ਆਪਸ਼ਨ ਇੱਥੇ ਆਏਗੀ, 72 ਤੇ 108। ਠੀਕ ਹੈ, ਨੈਕਸਟ ਕੁਐਸਚਨ ਨੰਬਰ 15 ਹੈ ਬੱਚੇ, ਇੱਕ ਬਹੁ ਫਲਕ ਵਿੱਚ ਐਫ ਦੀ ਗਿਣਤੀ ਜਿਹੜੀ ਹੈ ਉਹ 5 ਦਿੱਤੀ ਹੋਈ ਹੈ। ਈ ਜਿਹੜਾ ਹੈ, ਈ ਦਾ ਮਤਲਬ ਐਚ ਜਿਹੜੇ ਨੇ 8 ਦਿੱਤੇ ਹੋਏ ਨੇ। ਅਸੀਂ ਵਰਟੈਕਸ ਫਾਈਂਡ ਆਊਟ ਕਰਨੇ ਨੇ 20। ਠੀਕ ਹੈ, ਤਾਂ ਸਾਨੂੰ ਪਤਾ ਹੈ ਈਊਲਰ ਫਾਰਮੂਲੇ ਦੇ ਅਕੋਰਡਿੰਗਲੀ E + 2 = F + B ਹੁੰਦਾ ਹੈ। ਠੀਕ ਹੈ, ਤਾਂ ਇੱਥੇ E ਦੀ ਵੈਲਿਊ 8 ਹੈਗੀ ਆ, 2 ਨਾਲ ਹੈ, 8 ਜਮਾ 2 ਇਹ 10 ਹੋ ਗਏ। ਠੀਕ ਹੈ, ਇਕੁਅਲ ਟੂ ਐਫ ਦੀ ਗਿਣਤੀ ਵਿੱਚ ਦਿੱਤੀ ਹੋਈ ਹੈ 5, ਅਤੇ ਅਸੀਂ ਵਰਟੈਕਸ ਫਾਈਂਡ ਆਊਟ ਕਰਨੇ ਨੇ। ਇਟ ਮੀਨਸ 5 ਨੂੰ ਅਸੀਂ 10 ਦੇ ਵਿੱਚੋਂ ਮਾਈਨਸ ਕਰ ਦਾਂਗੇ ਤਾਂ ਸਾਨੂੰ ਵਰਟੈਕਸ ਵੀ 5 ਹੀ ਪ੍ਰਾਪਤ ਹੋਏਗਾ। ਤਾਂ ਇਹਦਾ ਮਤਲਬ ਇਹਦੇ ਆਨਸਰ 5 ਵਰਟੈਕਸ ਇਸ ਬਹੁ ਫਲਕ ਦੇ ਆਣੇ ਨੇ, ਮਤਲਬ ਪੋਲੀਹਾਈਡਰੋਨ ਦੇ ਆਣੇ ਨੇ। ਠੀਕ, ਨੈਕਸਟ ਕੁਐਸਚਨ ਨੰਬਰ 16 ਹੈ ਬੱਚੋ, ਇੱਕ ਪੈਨਸਲ ਦੀ ਲੰਬਾਈ 16 ਸੈਂਟੀਮੀਟਰ ਹੈ, ਇਸ ਦਾ ਅਰਧ ਵਿਆਸ 10 ਮਿਲੀਮੀਟਰ ਹੈ। ਪੈਨਸਲ ਦੇ ਵਿਆਸ ਦਾ ਇਸ ਦੀ ਲੰਬਾਈ ਨਾਲ ਅਨੁਪਾਤ ਕੀ ਹੋਏਗਾ। ਬੱਚੋ ਇੱਥੇ ਵਿਆਸ ਆ ਰਿਹਾ, ਇੱਥੇ ਅਰਧ ਵਿਆਸ ਦਿੱਤਾ ਹੈ, ਇੱਥੇ ਸੈਂਟੀਮੀਟਰ ਸੀਗਾ, ਇੱਥੇ ਮਿਲੀਮੀਟਰ ਆ ਰਿਹਾ। ਠੀਕ ਹੈ, ਤਾਂ ਇਹਦਾ ਮਤਲਬ ਇਹਦੇ ਵਿੱਚ ਛੋਟੀਆਂ ਛੋਟੀਆਂ ਚੇਂਜਿਸ ਸਾਨੂੰ ਕਰਨੀਆਂ ਪੈਣੀਆਂ ਨੇ, ਫਿਰ ਹੀ ਅਸੀਂ ਆਨਸਰ ਕੱਢਾਂਗੇ। ਅਨੁਪਾਤ ਤਾਂ ਸਿੱਧਾ ਹੀ ਹੁੰਦਾ ਹੈ, ਦੋਨਾਂ ਨੂੰ ਡਿਵਾਈਡ ਕਰ ਦੇਣਾ ਹੈ, ਰੇਸ਼ੋ ਲੈ ਲੈਣੀ ਹੈ, ਪਰ ਪਹਿਲਾਂ ਸਾਨੂੰ ਯੂਨਿਟ ਬਰਾਬਰ ਕਰਨੇ ਪੈਣਗੇ 16 ਸੈਂਟੀਮੀਟਰ ਦਾ। ਠੀਕ ਹੈ, 16 ਸੈਂਟੀਮੀਟਰ ਇੱਥੇ ਲੈਂਥ ਦਿੱਤੀ ਹੈ, ਉਸ ਦਾ ਅਨੁਪਾਤ ਕੱਢਣਾ ਹੈ ਅਸੀਂ ਡਾਇਆਮੀਟਰ ਦੇ ਨਾਲ, ਮਤਲਬ ਕਿ ਵਿਆਸ ਦੇ ਨਾਲ। ਅਤੇ ਤੁਹਾਨੂੰ ਬੱਚੇ ਇੱਥੇ ਅਰਧ ਵਿਆਸ ਦਿੱਤਾ ਹੋਇਆ ਜਿਹਦੀ ਵੈਲਿਊ ਦਿੱਤੀ ਹੈ 4 ਮਿਲੀਮੀਟਰ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਕੀ ਆ, ਦੋਨਾਂ ਨੂੰ ਸੇਮ ਯੂਨਿਟ ਵਿੱਚ ਕਰਾਂਗੇ, ਅਤੇ ਵਿਦਿਆਰਥੀਓ 1 ਸੈਂਟੀਮੀਟਰ 'ਚ
10 मिलीमीटर ਹੁੰਦੇ ਨੇ। ਸਾਰੇ ਬੱਚੇ ਯਾਦ ਰੱਖਣ। तो 1 ਸੈਂਟੀਮੀਟਰ ਨੂੰ ਪਹਿਲਾਂ ਮਿਲੀਮੀਟਰ 'ਚ ਕਨਵਰਟ ਕਰ ਲਓ ਤਾਂ 160 ਮਿਲੀਮੀਟਰ ਇੱਥੇ ਆ ਜਾਏਗਾ। ਠੀਕ ਹੈ, 16 ਸੈਂਟੀਮੀਟਰ ਜਿਹੜੇ ਨੇ ਉਹ 160 ਮਿਲੀਮੀਟਰ ਦੇ ਬਰਾਬਰ ਆਏਗਾ। ਤੇ ਵਿਦਿਆਰਥੀਓ ਰੇਡੀਅਸ ਜਿਹੜਾ ਹੈ 4 ਮਿਲੀਮੀਟਰ ਦਿੱਤਾ ਹੈ, ਤੇ ਰੇਡੀਅਸ ਦਾ ਡਬਲ ਜਿਹੜਾ ਹੈ ਉਹ ਕੀ ਹੁੰਦਾ ਹੈ ਡਾਇਆਮੀਟਰ। तो ਇਹਦਾ ਮਤਲਬ ਇਹ ਬਣ ਗਿਆ 4 दूनी 8 ਮਿਲੀਮੀਟਰ। ਹੁਣ ਅਸੀਂ ਦੋਨਾਂ ਦੀ ਰੇਸ਼ੋ ਲੈ ਲੈਣੀ ਹੈ 160/8। ਠੀਕ ਹੈ, तो ਇਹਦਾ ਮਤਲਬ 20:1 ਜਿਹੜਾ ਹੈ ਇੱਥੇ ਆਨਸਰ ਆਏਗਾ ਆਪਸ਼ਨ ਨੰਬਰ ਫਸਟ। ਠੀਕ ਹੈ, ਉਸ ਤੋਂ ਬਾਅਦ ਵਿੱਚੋਂ ਨੈਕਸਟ 17th ਕੁਐਸਚਨ ਹੈ ਕਿ 1/4 ਮਿਲ ਕੇ 1 ਬਣਾਉਂਦੇ ਹਨ। ਕਿੰਨੇ ਬੱਚੇ 1/4 ਮਿਲ ਕੇ ਇੱਥੇ 1 ਬਣਾਉਣਗੇ? ਸਾਡਾ ਆਨਸਰ 1 ਆਣਾ ਹੈ। ਤੇ ਅਸੀਂ ਕਿੰਨੇ ਪੁੱਛਿਆ ਹੈ? ਤੇ 4 ਨਾਲ ਬੱਚੇ ਜੇ ਇਹਦੀ ਗੁਣਾ ਕਰ ਦਈਏ ਤੇ 4 ਨਾਲ 4 ਕੱਟ ਰਹੇ ਨੇ, ਇਹਦਾ ਮਤਲਬ 1 ਆਨਸਰ ਮਿਲ ਰਿਹਾ। तो 1/4 4 ਵਾਰੀ ਜੇ ਤੁਸੀਂ ਜੋੜ ਦੋ, ਠੀਕ ਹੈ, 4 ਵਾਰੀ ਤੁਸੀਂ ਜੋੜ ਦੋ ਤਾਂ ਤੁਹਾਨੂੰ ਆਨਸਰ ਕਿੰਨਾ ਬਣੇਗਾ? 1। ਤੋਂ ਬਾਅਦ ਬੱਚੇ ਨੈਕਸਟ ਹੈਗਾ 18th ਕੁਐਸਚਨ ਕਿ ਲక్ష్ਮੀ ਦੇ ਪਿਤਾ ਦੀ ਉਮਰ 49 ਸਾਲ ਹੈ। ਉਹ ਲక్ష్ਮੀ ਦੀ ਉਮਰ ਦੇ 3 ਗੁਣੇ ਤੋਂ, ਬੱਚੋ ਲక్ష్ਮੀ ਦੀ ਉਮਰ ਤੁਸੀਂ x ਮੰਨ ਲਓ, ਉਹਦੇ 3 ਗੁਣੇ ਤੋਂ 4 ਸਾਲ ਵੱਡੇ ਹਨ। तो ਇਹ ਬੱਚੋ ਸਟੇਟਮੈਂਟ ਦੇ ਅਕੋਰਡਿੰਗਲੀ ਇਕੁਏਸ਼ਨ ਬਣਦੀ ਪਈ ਹੈ 3x + 4 = 49। ਠੀਕ ਹੈ, ਕਿਉਂਕਿ ਲక్ష్ਮੀ ਦੇ ਪਿਤਾ ਦੀ ਉਮਰ 49 ਈਅਰ ਓਲਡ ਹੈਗੇ ਨੇ। ਠੀਕ ਹੈ, ਆਹ ਬੱਚੇ ਕੁਐਸਚਨ ਬੜਾ ਇੰਪੋਰਟੈਂਟ ਹੈਗਾ। ਬੱਚੇ ਇਹ ਕੁਐਸਚਨ ਬੜਾ ਇੰਪੋਰਟੈਂਟ ਹੈਗਾ ਕਿ ਦੋ ਕਣਾਂ ਨੂੰ ਜੋੜ ਕੇ ਬਣੇ ਠੋਸ ਦੇ ਫਲਕਾਂ ਦੀ ਗਿਣਤੀ ਕੀ ਹੋਏਗੀ? ਬੱਚੇ ਦੋ ਕਣ ਅਸੀਂ ਇਸ ਤਰ੍ਹਾਂ ਜੋੜ ਲੈ, ਉਹਨਾਂ ਤੋਂ ਸਾਨੂੰ ਇੱਕ ਘਣਾਵ ਪ੍ਰਾਪਤ ਹੋਇਆ। ਠੀਕ ਹੈ, ਤੇ ਬੱਚੋ ਘਣਾਵ ਦੇ ਵੀ ਫਲਕ ਜਿਹੜੇ ਨੇ ਉਹ ਸੇਮ ਹੀ ਹੁੰਦੇ ਨੇ। ਤਾਂ ਆਨਸਰ ਇੱਥੇ ਕਿੰਨਾ ਆ ਜਾਏਗਾ? 6 ਆ ਜਾਏਗਾ। ਠੀਕ ਹੈ, ਬੜਾ ਇੰਪੋਰਟੈਂਟ ਕੁਐਸਚਨ ਹੈਗਾ ਕਿਉਂਕਿ ਇਹਦੇ ਫਲਕ ਕਿਹੜੇ ਨੇ? ਇਹਦੇ ਫਲਕ 6 ਹੈਗੇ, ਇਹਦੇ ਵੀ 6 ਹੈਗੇ। ਜੇ ਅਸੀਂ ਜੋੜ ਦਿੱਤਾ ਤੇ ਆਮ ਬੱਚੇ ਆਨਸਰ ਜਿਹੜੇ 12 ਲਗਾ ਕੇ ਆ ਸਕਦੇ ਨੇ। ਪਰ ਜਦੋਂ ਅਸੀਂ ਜੋੜਾਂਗੇ ਬੱਚੋ ਇੱਕ ਘਣ ਦੂਸਰੇ ਨਾਲ ਜੁੜਿਆ ਤੇ ਸਾਨੂੰ ਘਣਾਵ ਪ੍ਰਾਪਤ ਹੋਇਆ, ਮਤਲਬ ਕਿਊਬੋਇਡ ਪ੍ਰਾਪਤ ਹੋਇਆ, ਤੇ ਉਹਦੇ ਫਲਕ ਜਿਹੜੇ ਨੇ ਮਤਲਬ ਉਹਦੇ ਫੇਸ ਜਿਹੜੇ ਨੇ ਉਹ 6 ਹੀ ਰਹਿਣੇ ਨੇ। ਠੀਕ ਹੈ, ਤਾਂ ਆਨਸਰ ਇਹਦਾ ਆਨਸਰ ਕੀ ਆ? 6 ਆਨਸਰ ਆਏਗਾ। ਨੰਬਰ 20th ਹੈ ਦਿੱਤੇ ਗਏ ਚਿੱਤਰ ਵਿੱਚ x ਦਾ ਮਾਪ ਪਤਾ ਕਰੋ। ਬੱਚੇ ਬਾਹਰੀ ਕੋਣ ਜਿਹੜਾ ਹੈਗਾ ਟ੍ਰਾਇੰਗਲ ਦੀ ਐਕਸਟੀਰੀਅਰ ਐਂਗਲ ਜਿਹੜਾ ਸਮ ਆਫ ਦੀ ਇੰਟੀਰੀਅਰ ਆਪੋਜ਼ਿਟ ਐਂਗਲ ਦੇ ਸਮ ਦੇ ਬਰਾਬਰ ਹੁੰਦਾ ਹੈ। ਤੇ ਇਹਨਾਂ ਨੂੰ ਦੋਨਾਂ ਨੂੰ ਜੋੜ ਦਿੱਤਾ ਤਾਂ 130 ਪ੍ਰਾਪਤ ਹੋਏਗਾ। ਆਨਸਰ 130 ਡਿਗਰੀ ਆਏਗਾ। ਅਗਲਾ ਕੁਐਸਚਨ 21 ਹੈ ਕਿ ਦਿੱਤੇ ਗਏ ਚਿੱਤਰ ਵਿੱਚ x/2 ਦਾ ਮਾਪ ਕੀ ਹੈ? ਬੱਚੋ ਪਹਿਲਾਂ ਤੇ ਅਸੀਂ ਇਹਨਾਂ ਦੋਨਾਂ ਨੂੰ ਲੀਨੀਅਰ ਪੇਅਰ ਨੂੰ ਜੋੜਾਂਗੇ ਤੇ ਜੋੜ ਕੇ x ਦੀ ਕੀਮਤ ਪ੍ਰਾਪਤ ਕਰਾਂਗੇ। ਦੋਨਾਂ ਦਾ ਜੋੜ ਜਿਹੜਾ ਹੈ ਮਤਲਬ ਲੀਨੀਅਰ ਐਂਗਲ 180 ਡਿਗਰੀ ਦੇ ਬਰਾਬਰ ਹੁੰਦੇ ਹਨ। ਤਾਂ ਇੱਥੋਂ x ਜਿਹੜਾ ਤੁਹਾਨੂੰ 110 ਪ੍ਰਾਪਤ ਹੋਏਗਾ। ਪੁੱਛਿਆ ਤੁਹਾਨੂੰ x/2 ਦਾ ਹੈ। ਠੀਕ ਹੈ, ਇਹ ਨਹੀਂ ਕਿ 110 ਹੀ ਆਨਸਰ ਲਗਾ ਦੇਣਾ, ਉਹਦਾ ਅੱਧਾ ਬੱਚੇ 55 ਹੁੰਦਾ ਹੈ। ਤਾਂ ਆਨਸਰ ਆਏਗਾ 3rd ਆਪਸ਼ਨ। ਨੈਕਸਟ 22 ਕੁਐਸਚਨ ਨੰਬਰ ਹੈ ਇੱਕ ਡੱਬੇ ਵਿੱਚ ਲਾਲ ਬੰਟਿਆਂ ਦੀ ਸੰਖਿਆ ਨੀਲੇ ਬੰਟਿਆਂ ਦੀ ਸੰਖਿਆ ਦਾ ਅਨੁਪਾਤ ਕਿੰਨਾ ਹੈ? ਬੱਚੋ ਇੱਥੇ 4:7 ਹੈਗਾ ਹੈ। ਠੀਕ ਹੈ, ਤੇ ਬੱਚੋ ਇਹਦੇ ਵਿੱਚ ਸੰਖਿਆ ਹੇਠਾਂ ਦਿੱਤੀਆਂ ਗਈਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਇੱਕ ਡੱਬੇ ਦੇ ਬੰਟਿਆਂ ਦੀ ਕੁੱਲ ਗਿਣਤੀ ਹੋ ਸਕਦੀ ਹੈ? ਬੱਚੋ ਅਸੀਂ ਜਦੋਂ ਅਨੁਪਾਤ ਕੱਢਦੇ ਹਾਂ ਨਾ ਵੀ ਕਿੰਨੇ ਬਾਂਟੇ ਪ੍ਰੈਜ਼ੈਂਟ ਆ, ਅਸੀਂ ਥੱਲੇ ਜਿਹੜਾ ਟੋਟਲ ਅਨੁਪਾਤ ਜੋੜ ਕੇ ਕੱਢਦੇ ਹੁੰਦੇ, ਮਤਲਬ ਇਹਨਾਂ ਨੂੰ ਅਸੀਂ ਇੱਥੇ ਜੋੜ ਦਾਂਗੇ ਤਾਂ ਇਹ ਕੀ ਬਣੇਗਾ? 4 + 7 = 11। ਠੀਕ ਹੈ, ਜਿੱਦਾਂ ਅਸੀਂ ਅਨੁਪਾਤ ਵਿੱਚ ਅਸੀਂ ਮਿਲਣਾ ਨੇ ਕਿ ਬੰਟਿਆਂ ਦੀ ਗਿਣਤੀ 4x ਹੈ ਤੇ 7x ਹੈ, ਸਾਡੇ ਕੋਲ 11x ਪ੍ਰਾਪਤ ਹੋ ਰਿਹਾ। ਠੀਕ ਹੈ, ਤੇ 11x ਜਿਹੜਾ ਹੈ ਇੱਥੇ x ਕੀ ਆਊਗਾ ਕਿ 11 ਦੇ ਮਲਟੀਪਲ ਹੀ ਅਸੀਂ ਲੈਣੇ ਆ। ਤਾਂ 11 ਦੇ ਮਲਟੀਪਲ ਕਿਹੜੇ ਹੋ ਗਏ? 11, 22, 33, 44। ਠੀਕ ਹੈ, ਤਾਂ ਆਪਸ਼ਨਾਂ ਦੇ ਵਿੱਚ 22 ਜਿਹੜੀ ਹੈ ਆਪਸ਼ਨ ਤੁਹਾਨੂੰ ਆ ਰਹੀ ਹੈ ਜਿਹੜਾ ਕਿ ਮਲਟੀਪਲ ਹੋ ਗਿਆ 11 ਦਾ, ਤਾਂ ਇਹੀ ਆਨਸਰ ਆਏਗਾ। ਓਕੇ ਜੀ, ਉਸ ਤੋਂ ਬਾਅਦ 23 ਕੁਐਸਚਨ ਹੈ ਕਿ ਆਪਣੇ ਜੂਸ ਦਾ 1/3 ਹਿੱਸਾ ਪੀਣ ਤੋਂ ਬਾਅਦ ਜਸਪ੍ਰੀਤ ਨੇ ਬਾਕੀ ਬਚੇ ਜੂਸ ਦੇ 1/3 ਹਿੱਸਾ ਗੁਰਨੀਤ ਨੂੰ ਦੇ ਦਿੱਤਾ ਹੈ। ਤਾਂ ਬੱਚੋ ਪਹਿਲਾਂ ਉਹਦੇ ਕੋਲ ਇੱਕ ਜੂਸ ਸੀਗਾ, ਉਹਦਾ 1/3 ਹਿੱਸਾ ਪੀਤਾ, ਉਹਨੇ 2/3 ਬਚਿਆ। ਉਸ 2/3 ਦਾ ਫਰਦਰ ਉਹਨੇ 1/3 ਗੁਰਨੀਤ ਨੂੰ ਦੇਤਾ। ਇੱਥੇ ਦਾ ਮਤਲਬ ਹੁੰਦਾ ਹੈ ਗੁਣਾ, ਇਸ ਕਰਕੇ 2/3 ਦੀ ਅਸੀਂ ਗੁਣਾ ਕਰਨੀ ਹੈ 1/3 ਨਾਲ, ਸਾਨੂੰ ਪ੍ਰਾਪਤ ਹੋਏਗਾ 2/9 ਤੇ 2/9 ਇਸ ਦਾ ਆਨਸਰ ਆਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਵਿੱਚ ਕੀ ਹੈਗਾ? ਇਹਦੇ ਵਿੱਚ ਥੋੜੀ ਚੇਂਜ ਕਰਨੀ ਪੈਗੀ ਸਾਨੂੰ। ਇਹਦੇ ਵਿੱਚ ਇੱਕ ਇੱਥੇ 3 ਨਾਲ ਮਲਟੀਪਲੀਕੇਸ਼ਨ ਹੋਣੀ ਹੈ। ਇਹ ਕੁਐਸਚਨ ਹੈਗਾ ਹੇਠਾਂ ਦਿੱਤੇ ਵਿੱਚੋਂ ਕਿਹੜੇ ਪੂਰਨ ਵਰਗ ਸੰਖਿਆ ਦੇ ਅਭਾਜ ਗੁਣਨਖੰਡ ਨਹੀਂ ਹਨ? ਤਾਂ ਬੱਚੋ ਪਹਿਲਾਂ ਤੇ ਦੇਖੋ ਅਭਾਜ ਗੁਣਨਖੰਡ ਤਾਂ ਸਾਰੇ ਹੀ ਹੈਗੇ ਆ, ਇੱਥੇ ਸਿਰਫ ਔਰ ਸਿਰਫ ਗੱਲ ਇਹ ਹੈਗੀ ਆ ਕਿ ਪੇਅਰ ਇਹਦੇ ਵਿੱਚ ਨਹੀਂ ਬਣਦੇ ਪਏ। ਤਾਂ ਬੱਚੋ ਪੇਅਰ ਜਿਹੜੇ ਨੇ ਫਸਟ ਆਪਸ਼ਨ ਦੇ ਵਿੱਚ ਨਹੀਂ ਬਣ ਰਹੇ, ਤਾਂ ਇਹੀ ਆਨਸਰ ਇਹਦਾ ਆਏਗਾ। ਨੈਕਸਟ 25th ਕੁਐਸਚਨ ਹੈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ? ਸਮ ਚਤੁਰਭੁਜ ਦੇ ਸਾਰੇ
ਚਾਰ ਕੋਣ ਬਰਾਬਰ ਹੁੰਦੇ ਹਨ। ਬੱਚਿਓ ਕੋਣ ਬਰਾਬਰ ਨਹੀਂ ਹੁੰਦੇ, ਉਹਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਠੀਕ ਹੈ, ਤੋ ਇਹ ਆਨਸਰ ਇਹਦਾ ਫਸਟ ਹੀ ਆਪਸ਼ਨ ਜਿਹੜੀ ਹੈ ਉਹ ਫਾਲਸ ਹੈਗੀ ਹੈ। ਬਾਕੀ ਸਾਰੀਆਂ ਸਹੀ ਹਨ ਕਿ ਡਾਇਗਨਲ ਰੋਮਬਸ ਦੇ ਯਾਨੀ ਕਿ ਸਮ ਚਤੁਰਭੁਜ ਦੇ ਹਮੇਸ਼ਾ ਇੱਕ ਦੂਸਰੇ ਨੂੰ ਕੀ ਕਰਦੇ ਨੇ 90 ਡਿਗਰੀ ਤੇ ਸਮਦੋਭਾਜਿਤ ਕਰਦੇ ਆ। ਇੱਕ ਆਇਤ ਇੱਕ ਸਮਾਂਤਰ ਚਤੁਰਭੁਜ ਹੁੰਦੀ ਹੈ। ਠੀਕ ਹੈ, ਤੇ ਸਾਰੇ ਵਰਗ ਆਇਤ ਹੁੰਦੇ ਹਨ। ਆਇਤ ਕਿਸ ਤਰ੍ਹਾਂ ਸਮਾਂਤਰ ਚਤੁਰਭੁਜ ਹੁੰਦੀ, ਕਿਉਂਕਿ ਉਹਦੇ ਵਿੱਚ ਇੱਕ ਐਂਗਲ ਜਿਹੜਾ ਹੈ 90 ਡਿਗਰੀ ਦਾ ਅਸੀਂ ਬਣਾ ਦਿੰਦੇ, ਸਾਈਡਾਂ ਵੀ ਜਿਹੜੀਆਂ ਨੇ ਉਹ ਸਮਾਂਤਰ ਹੁੰਦੀਆਂ ਨੇ। ਠੀਕ ਹੈ, ਅਗਲਾ ਕੁਐਸਚਨ ਨੰਬਰ 26 ਹੈ ਕਿ ਇੱਕ ਸਾਰਣੀ ਵਿੱਚ ਕਲਾਸ ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ ਟੈਸਟਾਂ ਦੇ ਅੰਕਾਂ ਨੂੰ ਦਰਸਾਉਂਦਾ ਹੈ। ਤੋ ਵਿਦਿਆਰਥੀਓ ਇੱਥੇ ਤੁਹਾਨੂੰ ਦਿੱਤੀ ਹੋਈ ਨੇ ਤੇ ਅਸੀਂ ਇਹਦੇ ਵਿੱਚ ਫਾਈਂਡ ਆਊਟ ਕੀ ਕਰਨਾ ਕਿ ਵਿਦਿਆਰਥੀ ਦੇ 6 ਕਿੰਨੇ ਵਿਦਿਆਰਥੀਆਂ ਦੇ 6 ਤੋਂ ਘੱਟ ਅੰਕ ਪ੍ਰਾਪਤ ਹੋਏ ਨੇ। ਤੋ ਬੱਚਿਓ ਇੱਥੇ ਤੁਸੀਂ ਕੀ ਹੈ ਜਿਹੜੇ 6 ਤੋਂ ਘੱਟ 6 ਥ੍ਰੈਸ਼ਹੋਲਡ ਆ ਗਿਆ, ਇਹ ਤੋਂ ਉੱਪਰ ਵਾਲੇ 1 2 3 4 5 ਠੀਕ ਹੈ, ਇਹਨਾਂ ਦੇ ਅੰਕਾਂ ਨੂੰ ਜੋੜ ਦੋਗੇ। ਜਦੋਂ ਤੁਸੀਂ ਅੰਕਾਂ ਨੂੰ ਜੋੜੋਗੇ ਤਾਂ ਵਿਦਿਆਰਥੀਓ ਇੱਥੇ ਸਾਨੂੰ ਆਨਸਰ ਪ੍ਰਾਪਤ ਹੋਏਗਾ 24। ਠੀਕ ਹੈ, 24 ਆਨਸਰ ਪ੍ਰਾਪਤ ਹੋਏਗਾ। ਉਸ ਤੋਂ ਬਾਅਦ 27ਵਾਂ ਕੁਐਸਚਨ ਹੈ, ਇਹ ਬੱਚੋ ਕੀ ਹੈ ਇੱਥੇ ਡਿਸਟ੍ਰੀਬਿਊਟਿਵ ਲਾਅ ਲੱਗ ਰਿਹਾ, ਜਿਹਦੇ ਵਿੱਚ ਬਾਹਰ ਵਾਲੀ ਵੈਲਿਊ ਨੂੰ ਅਸੀਂ ਦੇਖੋ ਬ੍ਰੈਕਟ ਲੱਗੀ ਹੋਈ ਹੈ। ਕੁਐਸਚਨ ਕੀ ਹੈਗਾ ਕਿ 16/9 ਗੁਣਾ, ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਕਿਸ ਤਰ੍ਹਾਂ ਸੋਲਵ ਕਰਨਾ ਹੈ ਉਹ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਇਹਨਾਂ ਦੋਨਾਂ ਨੂੰ ਪਹਿਲਾਂ ਬ੍ਰੈਕਟ ਹੱਲ ਕਰਾਂਗੇ ਫਿਰ ਇਹਦੇ ਨਾਲ ਗੁਣਾ ਕਰਨੀ ਹੈ। ਇੱਕ ਹੋਰ ਵੇ ਨਾਲ ਅਸੀਂ ਇਹਨੂੰ ਗੁਣਾ ਕਰ ਸਕਦੇ ਹਾਂ। ਪਹਿਲਾਂ 16/9 ਦੀ ਗੁਣਾ ਹੋਏਗੀ ਬੱਚੇ 5/7 ਨਾਲ, ਫਿਰ ਜਮਾ ਦਾ ਨਿਸ਼ਾਨ ਇੱਥੇ ਰਹੇਗਾ, ਫਿਰ 16/9 ਦੀ ਗੁਣਾ ਹੋਏਗੀ 13/4 ਦੇ ਨਾਲ। ਠੀਕ ਹੈ, ਤੋ ਇਹ ਆਪਸ਼ਨ ਥਰਡ ਆ ਰਹੀ ਹੈ, ਤਾਂ ਥਰਡ ਇਹਦਾ ਆਨਸਰ ਆਏਗਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈਗਾ 28ਵਾਂ ਕੁਐਸਚਨ, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਪਰਮੇਯ ਸੰਖਿਆਵਾਂ 1/10 ਤੇ 9/4 ਦੇ ਵਿਚਕਾਰ ਹਨ। ਮਤਲਬ ਵਿਚ ਆਫ ਦਾ ਫੋਲੋਇੰਗ ਰੈਸ਼ਨਲ ਨੰਬਰਸ ਲਾਈ ਬਿਟਵੀਨ 1/10 ਐਂਡ 9/4। ਠੀਕ ਹੈ, ਤਾਂ ਸਭ ਤੋਂ ਪਹਿਲਾਂ ਬੱਚੋ ਇਹਨਾਂ ਦੇ ਹਰ ਬਰਾਬਰ ਕਰ ਲਓ, ਸਭ ਤੋਂ ਸੌਖਾ ਕੰਮ ਇਹੀ ਹੁੰਦਾ। ਫਸਟ ਆਪਸ਼ਨ ਨੂੰ ਕਿੱਦਾਂ ਲਿਖਾਂਗੇ, ਦੇਖੋ 21/20 ਹੈ, ਇਹਨੂੰ ਕਿੱਦਾਂ ਲਿਖਾਂਗੇ, ਦੇਖੋ ਇਹ ਆ ਜਾਏਗਾ 2 ਨਾਲ ਉੱਪਰ ਥੱਲੇ ਗੁਣਾ ਕੀਤੀ ਤਾਂ ਇਹ 42/40 ਆ ਗਿਆ। ਉਸ ਤੋਂ ਬਾਅਦ 1/40 ਇਹ ਤਾਂ ਹੈਗੀ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੋ 53/4 ਹੈ, ਇਹਨੂੰ 10 ਨਾਲ ਉੱਪਰ ਥੱਲੇ ਗੁਣਾ ਕਰਾਂਗੇ ਤਾਂ ਇਹ ਆ ਗਿਆ 530/40। ਤੇ ਲਾਸਟ ਵਿੱਚ ਇਹ 'ਚ ਆਪਸ਼ਨ ਦਿੱਤੀ ਹੋਈ 1/20, ਜਿਹਨੂੰ ਅਸੀਂ ਕਿੱਦਾਂ ਲਿਖਾਂਗੇ 2 ਨਾਲ ਉੱਪਰ ਥੱਲੇ ਗੁਣਾ ਕਰਕੇ 2/40। ਹੁਣ ਹਰ ਸਾਰਿਆਂ ਦੇ ਬਰਾਬਰ ਹੋ ਗਏ। ਹੁਣ ਇਹਨਾਂ ਦੇ ਇਨ ਬਿਟਵੀਨ ਦੇਖੋ ਕਿਹੜੀ ਵੈਲਿਊ ਲਾਈ ਕਰਦੀ ਹੈ, 90 ਤੇ 4 ਦੇ ਵਿਚਕਾਰ ਬੱਚੇ 42 ਲਾਈ ਕਰਦਾ ਹੈ, ਤਾਂ ਪਹਿਲੀ ਆਪਸ਼ਨ ਇੱਥੇ ਆਨਸਰ ਆਏਗਾ। ਠੀਕ ਹੈ, 29th ਕੁਐਸਚਨ ਕੀ ਹੈ ਕਿ ਇਹਦੇ ਵਿੱਚ ਅਸੀਂ ਅਨੁਮਾਨ ਲਗਾਉਣਾ ਹੈ ਬੱਚੇ 8.3 ਪੁਆਇੰਟ ਤੋਂ ਬਾਅਦ 3 ਹੈਗਾ। ਠੀਕ ਹੈ, ਜੋ ਕਿ 4 ਤੋਂ 5 ਤੋਂ ਘੱਟ ਹੈਗਾ, ਇਹਦਾ ਮਤਲਬ ਇਹਨੂੰ ਅਸੀਂ 8 ਹੀ ਲਿਖਾਂਗੇ। ਠੀਕ ਹੈ, ਅਗਲੀ ਵੈਲਿਊ ਵਿੱਚ ਦਿੱਤੀ ਹੈ 5.89, 8 ਜਿਹੜਾ 5 ਤੋਂ ਵੱਧ ਗਿਆ, ਤਾਂ ਇਸ ਕਰਕੇ ਇਹ ਜਿਹੜਾ ਇਹਦਾ ਨਿਕਟੀਕਰਨ ਹੋਏਗਾ 6 ਤੱਕ। ਠੀਕ ਹੈ, ਮਤਲਬ 6 ਦੇ ਬਰਾਬਰ ਆਏਗਾ ਅਨੁਮਾਨ ਲਗਾਉਣ ਲਈ, ਤਾਂ 12.03 ਆ, ਇਹਨੂੰ ਅਸੀਂ 12 ਹੀ ਲਿਖ ਸਕਦੇ ਹਾਂ। ਤਾਂ ਆਪਸ਼ਨ ਨੰਬਰ ਸੈਕਿੰਡ ਆਨਸਰ ਇਹਦਾ ਆ ਰਿਹਾ ਹੈਗਾ। ਠੀਕ ਹੈ, ਤੇ ਵਿਦਿਆਰਥੀਓ ਲਾਸਟ ਕੁਐਸਚਨ ਹੈਗਾ ਕੁਐਸਚਨ ਨੰਬਰ 30, ਜੇ ਦੋ ਕੋਣ ਸੰਪੂਰਕ ਕੋਣ ਹਨ, ਇੱਕ ਕੋਣ ਦੂਜੇ ਨਾਲੋਂ 40 ਵੱਡਾ ਹੈ ਤੇ ਦੋਵਾਂ ਵਿੱਚੋਂ ਛੋਟਾ ਕੋਣ ਕਿਹੜਾ ਹੈ। ਠੀਕ ਹੈ, ਸਪਲੀਮੈਂਟਰੀ ਐਂਗਲ ਵਿੱਚ ਉਹ ਐਂਗਲ ਹੁੰਦੇ ਨੇ ਜਿਨ੍ਹਾਂ ਦਾ ਸਮ ਜਿਹੜਾ ਹੈ 180 ਦੇ ਬਰਾਬਰ ਹੁੰਦਾ ਹੈ। ਤਾਂ ਦੋ ਕੋਣ, ਇੱਕ ਨੂੰ x ਮੰਨ ਲਓ, ਦੂਜਾ 40 ਵੱਡਾ ਹੈ, ਤਾਂ x ਜਮਾ 40 ਆ ਗਿਆ, ਬਰਾਬਰ ਕਿੰਨਾ ਹੋਗਾ 180। ਤਾਂ 2x + 40 = 180। ਠੀਕ ਹੈ, तो ये बच्चे आ गया 180 - 40 करूँगे तो बन जाएगा 140। ठीक है, तो x के लिए सॉल्व होया तो 70 बच्चे इतने आ रहा, पहला 70 आ जाना, दूजा 110 आ जाएगा, तो छोटा किहड़ा होया 70, तो आंसर आएगा थर्ड ऑप्शन। ओके जी, तो ये तुहाडी थर्ड प्रैक्टिस शीट जी हुण कवर हो गई है। फोर्थ प्रैक्टिस शीट असी साइंस के जी प्रैक्टिस शीट है वो करन तो बाद करांगे। ठीक है बच्चे, थैंक यू सो मच।